ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਅਰਥਾਂ ਸਮੇਤ ਸਹਿਜ ਪਾਠ ਦਾ ਲਾਹਾ ਲੈ ਰਹੇ ਹਾਂ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪੰਨਾ ਨੰਬਰ 5 ਅੰਕ 5 ਤੇ ਦਰਸ਼ਨ ਦੀਦਾਰ ਕਰਨੇ ਨੇ। ਵਾਹਿਗੁਰੂ ਜੀ ਬੇਅੰਤ ਹੈ, ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ, ਪੂਰਾ ਭੇਦ ਨਹੀਂ ਪਾਇਆ ਜਾ ਸਕਦਾ। ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ, ਉਹਦੇ ਗੁਣ ਗਿਣੇ ਮਿਣੇ ਨਹੀਂ ਜਾ ਸਕਦੇ। ਇੱਕ ਮਨੌਤ ਸੀ ਕਿ 7 ਪਾਤਾਲ ਨੇ, 7 ਆਕਾਸ਼ ਨੇ। ਕੋਈ ਧਰਮ ਵਾਲਾ ਕਹਿੰਦਾ ਸੀ 14 ਨੇ। ਸਤਿਗੁਰੂ ਜੀ ਕਹਿੰਦੇ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਆਓ ਕਰੀਏ ਦੀਦਾਰ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਪਾਤਾਲ ਆਕਾਸ਼ ਅਣਗਿਣਤ ਨੇ। ਇੱਥੇ ਲੱਖ ਦੇ ਅਰਥ ਹੈ ਅਣਗਿਣਤ। ਗਿਣਤੀ ਪੰਜਾਬੀ ਵਿੱਚ ਕਹਾਵਤ ਵਜੋਂ ਵੀ ਵਰਤੀ ਜਾਂਦੀ ਹੈ। ਆਮ ਪਿੰਡਾਂ ਵਿੱਚ ਸ਼ਬਦ ਵਰਤਿਆ ਜਾਂਦਾ ਸੀ, ਤੇਰੇ ਵਰਗੇ 2900 ਦੇਖੇ ਨੇ। ਇਹ 2900 2900 ਨਹੀਂ ਹੈ, ਇਹਦਾ ਮਤਲਬ ਅਣਗਿਣਤ। ਇਹ ਕਿਹਾ ਜਾਂਦਾ ਸੀ ਤੇਰੇ ਵਰਗੇ 32 ਦੇਖੇ ਨੇ। 32 ਦੇ ਅਰਥ ਵੀ ਉੱਥੇ ਅਣਗਿਣਤ ਹੈ। ਇਹ ਨਹੀਂ ਹੈ ਕਿ ਕੱਲ ਨੂੰ ਕਹੇਗਾ 33 ਦੇਖੇ ਨੇ, ਪਰਸੋਂ ਕਹੇਗਾ 34 ਦੇਖੇ ਨੇ। ਅਤੇ ਇਹ ਕਹਾਵਤ ਵਜੋਂ ਗਿਣਤੀ ਵਰਤੀ ਜਾਂਦੀ ਹੈ। ਇਸੇ ਤਰ੍ਹਾਂ 84 ਲੱਖ ਜਾਂ ਲੱਖ, 42 ਲੱਖ, ਇਹ ਜਿਹੜੀ ਗਿਣਤੀ ਹੈ ਇਹ ਅਣਗਿਣਤ ਵਜੋਂ ਕਹਾਵਤ ਵਜੋਂ ਵਰਤੀ ਗਈ ਹੈ। ਵਾਹਿਗੁਰੂ ਜੀ ਦੇ ਬਣਾਏ ਹੋਏ ਆਕਾਸ਼ ਪਾਤਾਲ ਅਣਗਿਣਤ ਨੇ। ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ। ਮਨੁੱਖ ਹਰ ਚੀਜ਼ ਨੂੰ ਸਮਝਣ ਲੱਗਿਆ ਉਹਦੇ ਸਿਰੇ ਤੇ ਪਹੁੰਚਣਾ ਚਾਹੁੰਦਾ ਹੈ ਕਿ ਮੈਂ ਦੱਸ ਸਕਾਂ ਕਿ ਮੈਂ ਪੂਰਾ ਸਮਝ ਲਿਆ, ਪੂਰਾ ਜਾਣ ਲਿਆ। ਸਤਿਗੁਰੂ ਜੀ ਕਹਿੰਦੇ ਵੀ ਜਿਤਨੇ ਵੀ ਧਾਰਮਿਕ ਗ੍ਰੰਥ ਨੇ, ਤੇ ਵੇਦ ਦੇ ਅਰਥ ਹੈ ਜਿਤਨੇ ਵੀ ਧਾਰਮਿਕ ਗ੍ਰੰਥ ਹਨ, ਉਹ ਰਿਸਰਚ ਕਰ ਕਰਕੇ ਇੱਕ ਗੱਲ ਤੇ ਸਾਰੇ ਸਹਿਮਤ ਨੇ ਕਿ ਵਾਹਿਗੁਰੂ ਜੀ ਬੇਅੰਤ ਨੇ, ਭੇਦ ਨਹੀਂ ਪਾਇਆ ਜਾ ਸਕਦਾ। ਸਹਿਸ 18 ਕਹਿਨ ਕਤੇਬਾਂ, ਅਸਲੂ ਇੱਕ ਧਾਤ। 18,000 ਆਲਮ ਵਿਦਵਾਨ ਮੰਨੇ ਸਨ। ਯਹੂਦੀਆਂ ਦੇ, ਕ੍ਰਿਸਚੈਨਿਟੀ ਦੇ, ਇਸਲਾਮ ਮਤ ਵਾਲਿਆਂ ਦੇ ਧਾਰਮਿਕ ਗ੍ਰੰਥਾਂ ਨੂੰ ਕਤੇਬਾਂ ਲਿਖਿਆ ਹੈ। ਧਾਰਮਿਕ ਗ੍ਰੰਥ ਵਿਦਵਾਨ ਸਾਰੇ ਹੀ ਇਸ ਗੱਲ ਨਾਲ ਸਹਿਮਤ ਨੇ ਕਿ ਉਹ ਬੇਅੰਤ ਹੈ, ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਉਹਦੀ ਗਿਣਤੀ ਵਾਸਤੇ ਕੋਈ ਲੇਖਾ, ਕੋਈ ਮੈਥਮੈਟਿਕਸ ਬਣਿਆ ਹੀ ਨਹੀਂ। ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਕਿਉਂਕਿ ਮੈਥਮੈਟਿਕਸ ਦੇ ਡਿਜਿਟ ਜਿਹੜੇ ਨੇ ਉਹ ਮੁੱਕ ਜਾਂਦੇ ਨੇ, ਫਿਨਿਸ਼ ਹੋ ਜਾਂਦੇ ਨੇ। ਲੇਖਾ ਖੁਦ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਕੋਈ ਲੇਖਾ ਨਹੀਂ ਹੈ ਕਿ ਉਹਨੂੰ
ਸਮਝ ਸਕੀਏ, ਜਾਣ ਸਕੀਏ, ਜਾਣੀ ਵਾਹਿਗੁਰੂ ਜੀ ਬੇਅੰਤ ਨੇ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਉਹਦੀ ਬਖਸ਼ਿਸ਼ ਕਿੰਨੀ ਵੱਡੀ ਹੈ, ਉਹਦੀ ਬਖਸ਼ਿਸ਼ ਕਿਸ ਤਰ੍ਹਾਂ ਮਿਲਦੀ ਹੈ, ਉਹਦੇ ਗੁਣ ਕਿਤਨੇ ਵੱਡੇ ਨੇ, ਉਹਦੀਆਂ ਸ਼ਕਤੀਆਂ ਕਿਤਨੀਆਂ ਵੱਡੀਆਂ ਨੇ, ਨਹੀਂ ਸਮਝ ਸਕਦੇ, ਉਹ ਆਪ ਹੀ ਜਾਣਦਾ। ਦੇਖੋ ਝੱਖੜ ਆਉਂਦੇ ਨੇ, ਤੂਫਾਨ ਆਉਂਦੇ ਨੇ, ਇੱਕ ਤੋਂ ਇੱਕ ਪਰੇ ਨੁਕਸਾਨ ਕਰਨ ਵਾਲੇ ਆ ਜਾਂਦੇ ਨੇ। ਫਿਰ ਦੁਨੀਆ ਕਹਿੰਦੀ ਹੈ ਇਹੋ ਜਿਹਾ ਅਰਥਕੁਏਕ, ਇਹੋ ਜਿਹਾ ਭੂਚਾਲ ਕਦੀ ਦੇਖਿਆ ਹੀ ਨਹੀਂ, ਇਹੋ ਜਿਹਾ ਤੂਫਾਨ ਕਦੀ ਦੇਖਿਆ ਹੀ ਨਹੀਂ। ਇਸ ਲਈ ਉਹ ਆਪ ਹੀ ਜਾਣਦੇ ਨੇ ਕੈਸਾ ਹੈ, ਇਹ ਜਾਣੀ ਭੇਦ ਨਹੀਂ ਪਾਇਆ ਜਾ ਸਕਦਾ। ਸਾਲਾਹੀ ਸਾਲਾਹ ਏਤੀ ਸੁਰਤ ਨ ਪਾਈਆ। ਵਡਿਆਈਆਂ ਕਰਦੇ ਤਾਂ ਇਹ ਨਹੀਂ ਕਿ ਉਹਨਾਂ ਨੇ ਭੇਦ ਪਾ ਲਿਆ ਕਿ ਉਹ ਇਤਨਾ ਹੈ। ਵਡਿਆਈਆਂ ਕਰਨ ਵਾਲੇ ਕਦੀ ਵੀ ਭੇਦ ਨਹੀਂ ਪਾ ਸਕਦੇ। ਇਹ ਇਸ ਤਰ੍ਹਾਂ ਹੈ, ਇੱਕ ਉਦਾਹਰਨ ਦੇ ਰਹੇ ਨੇ ਅੱਗੇ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਵਾਹ ਹੁੰਦਾ ਦਰਿਆ, ਨਦੀਆਂ ਅਤੇ ਦਰਿਆ, ਨਦੀਆਂ ਅਤੇ ਵਾਹ, ਵਾਹ ਮੀਨਸ ਦਰਿਆ। ਇਹ ਸਮੁੰਦਰ ਵਿੱਚ ਸਮਾ ਜਾਂਦੇ ਨੇ। ਜੋ ਸਮੁੰਦਰ ਵਿੱਚ ਸਮਾ ਜਾਂਦੇ ਨੇ, ਸਮੁੰਦਰ ਦਾ ਰੂਪ ਹੋ ਜਾਂਦੇ ਨੇ, ਪਰ ਸਮੁੰਦਰ ਦਾ ਭੇਦ ਨਹੀਂ ਪਾ ਸਕਦੇ। ਇਸੇ ਤਰ੍ਹਾਂ ਕੋਈ ਸਿਫਤ ਸਲਾਗਾ ਕਰਦਾ ਹੈ, ਉਹਦੇ ਅੰਦਰ ਪਿਆਰ ਵੱਧਦਾ ਹੈ। ਕੋਈ ਸ਼ੁਕਰਾਨੇ ਵਿੱਚ, ਉਹਦੀ ਪੈ ਪਾਵਨੀ ਵਿੱਚ ਜਿਉਂਦਾ ਹੈ, ਵਾਹਿਗੁਰੂ ਜੀ ਦਾ ਪਿਆਰ ਵੱਧਦਾ ਜਾਂਦਾ ਹੈ। ਕੋਈ ਪਰਉਪਕਾਰ ਦੀ ਬਿਰਤੀ ਵਿੱਚ ਜਿਉਂਦਾ ਹੈ, ਉਹਦਾ ਸਿਦਕ ਵਿਸ਼ਵਾਸ ਵੱਧਦਾ ਹੈ, ਪਰ ਵਾਹਿਗੁਰੂ ਜੀ ਦਾ ਭੇਦ ਨਹੀਂ ਪਾਇਆ ਜਾ ਸਕਦਾ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਹੁਣ ਵਾਹਿਗੁਰੂ ਜੀ ਦੀ ਬੇਅੰਤਤਾਈ ਨੂੰ ਕਿੱਦਾਂ ਕੰਪੇਅਰ ਕਰ ਰਹੇ ਨੇ ਕਿ ਦੁਨੀਆ ਤੇ ਕਈ ਵਾਰੀ ਜਿਹੜੇ ਬਾਦਸ਼ਾਹ ਲੋਕ ਹੁੰਦੇ ਸੀ, ਉਹਨਾਂ ਨੂੰ ਕਹਿੰਦੇ ਸੀ ਇਹ ਬਹੁਤ ਵੱਡੇ ਲੋਕ ਨੇ। ਫਿਰ ਜਿਹੜੇ ਸਮੁੰਦਰਾਂ ਦੇ ਬਾਦਸ਼ਾਹ, ਉਹ ਕਹਿੰਦੇ ਸੀ ਇੱਥੋਂ ਤੱਕ ਸਮੁੰਦਰ ਤੇ ਮੇਰਾ ਕਬਜ਼ਾ ਹੈ। ਜਿਵੇਂ ਦੇਸ਼ ਵੀ ਕਹਿੰਦੇ ਨੇ, ਵੱਡੀਆਂ ਸ਼ਕਤੀਆਂ, ਵੱਡੇ ਦੇਸ਼, ਸਾਡਾ ਇੰਨਾ ਕਬਜ਼ਾ ਹੈ। ਗਿਰਹਾ ਸੇਤੀ ਮਾਲ ਧਨ। ਗਿਰਹਾ ਹੁੰਦਾ ਪਹਾੜ। ਇੱਕ ਕਹਾਵਤ ਵਰਤੀ ਗਈ ਹੈ ਪਿੰਡਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਵਿੱਚ, ਜਦੋਂ ਕਿਤੇ ਵੱਡੇ ਜ਼ਿਮੀਂਦਾਰ ਦੇ ਘਰ ਵਿੱਚ ਕਣਕ ਦੀ ਫਸਲ ਆਉਂਦੀ ਸੀ, ਬਹੁਤ ਵੱਡਾ ਇੱਕ ਢੇਰ ਲੱਗਿਆ ਹੁੰਦਾ ਸੀ। ਕਹਿੰਦੇ ਉਹਦੇ ਤਾਂ ਕਣਕ ਦਾ ਪਹਾੜ ਲੱਗਿਆ ਪਿਆ, ਯਾਨੀ ਪਹਾੜਾਂ ਜਿੱਡੇ ਬਹੁਤ ਵੱਡੇ ਵੱਡੇ ਮਾਲ ਪਦਾਰਥ ਦੇ ਢੇਰ ਵੀ ਲੱਗੇ ਹੋਣ, ਪਰ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੈ। ਇੱਕ ਪਾਸੇ ਕੀੜੀ ਵਰਗਾ ਕੋਈ ਇਨਸਾਨ, ਛੋਟਾ ਇਨਸਾਨ, ਉਹਦੇ ਅੰਦਰ ਰੱਬ ਦੀ ਯਾਦ ਵਸੀ ਹੋਵੇ, ਤੇ ਇਹ ਵੱਡਾਪਣ ਕਿਸੇ ਮਾਇਨੇ ਨਹੀਂ ਰੱਖਦਾ। ਇਹਨੂੰ ਦੋ ਤਰੀਕਿਆਂ ਨਾਲ ਮਹਿਸੂਸ ਕਰ ਸਕਦੇ। ਦੁਨੀਆ ਤੇ ਵੱਡਾ ਬਣ ਜਾਣਾ, ਬਾਦਸ਼ਾਹ ਬਣ ਜਾਣਾ, ਅਮੀਰ ਬਣ ਜਾਣਾ, ਪ੍ਰਾਪਰਟੀ ਦਾ ਮਾਲਕ ਬਣ ਜਾਣਾ, ਪਰ ਉਹਦੇ ਯੂਨੀਵਰਸ ਦੇ ਵਿੱਚ ਛੋਟਾ ਜਿਹਾ ਕਿਣਕਾ ਹੈ। YouTube ਤੇ ਇੱਕ ਵੀਡੀਓ ਹੈ ਛੋਟੀ ਜੀ, ਕੁਝ ਕੁ ਮਿੰਟਾਂ ਦੀ, ਹਾਊ ਬਿਗ ਇਜ਼ ਦਾ ਯੂਨੀਵਰਸ, ਕਦੀ ਦੇਖਿਓ। ਉਸ ਵਿੱਚ ਸਮੁੱਚੇ ਯੂਨੀਵਰਸ ਨੂੰ ਦਿਖਾ ਕੇ ਕੋਸ਼ਿਸ਼ ਕੀਤੀ ਗਈ ਹੈ ਦੱਸਣ ਦੀ, ਇਹ ਮਨੁੱਖ ਇਸ ਯੂਨੀਵਰਸ ਦੇ ਵਿੱਚ ਕੁਝ ਵੀ ਨਹੀਂ, ਇੱਕ ਕਿਣਕਾ ਮਾਤਰ ਹੈ। ਫਿਰ ਜਿਹਦਾ ਫੋਕਸ ਵਾਹਿਗੁਰੂ ਜੀ ਦੀ ਯਾਦ ਵੱਲ ਹੈ, ਵਾਹਿਗੁਰੂ ਜੀ ਦੇ ਪਿਆਰ ਵੱਲ ਹੈ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇੱਕ ਕੀੜੀ ਵਰਗਾ ਜੀਵ, ਇੱਕ ਮਾਮੂਲੀ ਜਿਹਾ ਜੀਵ, ਅਗਰ ਉਸ ਨੂੰ ਰੱਬ ਚੇਤੇ ਹੈ, ਹਰ ਵੇਲੇ ਵਾਹਿਗੁਰੂ ਜੀ ਦੀ ਯਾਦ ਬਣੀ ਹੈ, ਤੇ ਉਹਦੇ ਮੁਕਾਬਲੇ ਦੇ ਵਿੱਚ ਉਹ ਵੱਡੇ ਵੱਡੇ ਅਮੀਰ ਬਾਦਸ਼ਾਹ ਕੁਝ ਵੀ ਨਹੀਂ। ਕਿਉਂਕਿ ਵੱਡੇ ਵੱਡੇ ਜੋ ਦੀਸੈ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ। ਜਿੰਨੇ ਵੱਡੇ ਦਿਖਾਈ ਦਿੰਦੇ ਨੇ, ਉਹਦੀਆਂ ਵੱਡੀਆਂ ਚਿੰਤਾਵਾਂ ਦੀਆਂ, ਟੈਨਸ਼ਨਸ ਦੀਆਂ ਉਲਝਣਾਂ ਵਿੱਚ ਫਸੇ ਹੋਏ ਨੇ। ਇਸ ਲਈ ਅਸਲੀ ਮਕਸਦ ਹੈ ਵਾਹਿਗੁਰੂ ਜੀ ਦੇ ਪਿਆਰ ਰਸ ਵਿੱਚ ਜਿਉਣਾ। ਗੁਰਬਾਣੀ ਦਾ ਮਕਸਦ ਇਹ ਨਹੀਂ ਹੈ ਕਿ ਰੱਬ ਨੂੰ ਸਮਝ ਲੈਣਾ। ਗੁਰਬਾਣੀ ਦਾ ਮਕਸਦ ਇਹ ਹੈ ਕਿ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ, ਉਹਦੀ ਭੈ ਭਾਵਨੀ ਵਿੱਚ ਜਿਉਣਾ ਸਿੱਖ ਲੈਣਾ। ਉਹਦਾ ਭੇਦ ਨਹੀਂ ਪਾਇਆ ਜਾ ਸਕਦਾ, ਕਿਸੇ ਵੀ ਤਰੀਕੇ ਨਾਲ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਨਾ ਤੇ ਸਿਫਤਾਂ ਕਰਕੇ, ਨਾ ਬਖਿਆਣ ਕਰਕੇ, ਕਹਿ ਕੇ। ਅੰਤ ਨਾ ਕਰਨਾ ਦੇਣ ਨਾ ਅੰਤ, ਦੇਣ ਉਹਦੀਆਂ ਦਾਤਾਂ, ਕਰਨਾ ਉਹਦੀ ਕਿਰਤ। ਨਾ ਉਹਦੀ ਕੁਦਰਤ ਰੂਪੀ ਕਿਰਤ ਦਾ ਭੇਦ ਪਾ ਸਕਦੇ ਆ, ਨਾ ਉਹਦੀਆਂ ਦਾਤਾਂ ਦਾ। ਅੰਤ ਨਾ ਵੇਖਣ ਸੁਣਨ ਨਾ ਅੰਤ, ਜੋ ਦਿਖਾਈ ਦੇ ਰਿਹਾ, ਨਾ ਉਸਦੇ ਦ੍ਰਿਸ਼ਟ ਸਰੂਪ ਦਾ ਭੇਦ ਪਾ ਸਕਦੇ ਆ, ਨਾ ਜੋ ਅਸੀਂ ਇਨਵਿਜ਼ੀਬਲ ਨੂੰ ਸੁਣ ਰਹੇ ਹਾਂ ਉਹਦਾ ਸੁਣ ਕੇ ਭੇਦ ਪਾ ਸਕਦੇ ਆ, ਨਾ ਦੇਖ ਕੇ, ਨਾ ਸੁਣ ਕੇ।
ਅੰਤ ਨਾ ਜਾਪੈ ਕਿਆ ਮਨ ਮੰਤ। ਇੱਕ ਹੋਰ ਕਮਾਲ ਦੀ ਬਾਤ ਹੈ ਜਿਹੜੀ ਸਿਖਾਉਂਦੀ ਹੈ ਰੱਬ ਦੀ ਰਜ਼ਾ ਵਿੱਚ ਜਿਉਣਾ ਹੈ। ਵਾਹਿਗੁਰੂ ਜੀ ਦੇ ਮਨ ਵਿੱਚ ਕੀ ਮਤਾ ਪਕਾਇਆ ਗਿਆ, ਕਿਆ ਮਨ ਮੰਤ। ਰੱਬ ਦੇ ਮਨ ਅੰਦਰ ਕੀ ਹੈ, ਕੀ ਹੋ ਜਾਣਾ ਹੈ, ਕੋਈ ਨਹੀਂ ਭੇਦ ਪਾ ਸਕਦਾ। ਕਦੋਂ ਕੀ ਵਾਪਰ ਜਾਵੇ, ਬੰਦਾ ਯਤਨ ਕਰਦਾ ਹੈ, ਕਾਮਯਾਬ ਹੋਏਗਾ ਕਿ ਸਫਲ ਹੋਏਗਾ, ਕੁਛ ਨਹੀਂ ਪਤਾ। ਲਹਿਰਾਂ ਉੱਠਦੀਆਂ ਨੇ, ਕਿੰਨੀਆਂ ਕੁ ਵੱਡੀਆਂ ਲਹਿਰਾਂ, ਮੂਵਮੈਂਟ ਬਣ ਜਾਂਦੀ ਹੈ, ਮੂਵਮੈਂਟ ਫੇਲ ਹੁੰਦੀ ਹੈ ਜਾਂ ਸਫਲ ਹੁੰਦੀ ਹੈ, ਕੁਛ ਨਹੀਂ ਭੇਦ ਪਾਇਆ ਜਾ ਸਕਦਾ, ਕਿਉਂਕਿ ਰੱਬ ਦਾ ਨੈਟਵਰਕ ਬੜਾ ਕਮਾਲ ਦਾ ਹੈ। ਇਸ ਲਈ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਉਣਾ ਹੈ। ਅੰਤ ਨਾ ਜਾਪੈ ਕੀਤਾ ਆਕਾਰ, ਨਾ ਉਹਦੇ ਵਿਜ਼ੀਬਲ ਪਾਰਟ ਦਾ ਭੇਦ ਹੈ, ਉਹਦੇ ਜਿਹੜੇ ਆਕਾਰ ਬਣਾਏ ਹੋਏ ਨਾ ਇਹਨਾਂ ਦਾ ਭੇਦ ਹੈ। ਅੰਤ ਨਾ ਜਾਪੈ ਪਾਰਾਵਾਰ, ਪਾਰਾਵਾਰ ਹੁੰਦਾ ਨਾ ਉਰਲਾ ਪਾਸਾ ਨਾ ਅਗਲਾ ਪਾਸਾ, ਸ਼ੁਰੂਆਤ ਕਿਵੇਂ ਹੁੰਦੀ ਹੈ, ਅੰਤ ਕਿਵੇਂ ਹੁੰਦਾ, ਕੁਛ ਨਹੀਂ ਭੇਦ। ਅੰਤ ਕਾਰਨ ਕੇਤੇ ਵੇਲਾ ਹੈ, ਇਹ ਰਿਸਰਚ ਕਰ ਕਰਕੇ ਲੋਕ ਥੱਕ ਗਏ, ਭੇਦ ਨਹੀਂ ਪਾ ਸਕੇ। ਤਾਂ ਕਿ ਅੰਤ ਨਾ ਪਾਏ ਜਾਏ, ਕਿਸੇ ਨੇ ਵੀ ਰਿਸਰਚ ਕਰਕੇ ਇਹ ਨਹੀਂ ਕਿਹਾ ਕਿ ਉਹ ਐਡਾ ਹੈ, ਉਹਦੀ ਬਖਸ਼ਿਸ਼ ਐਡੀ ਹੈ, ਉਹਦੇ ਗੁਣ ਇੰਨੇ ਨੇ, ਉਹਦੀਆਂ ਬਖਸ਼ਿਸ਼ਾਂ ਇੰਨੀਆਂ ਨੇ, ਉਹਦੀਆਂ ਸ਼ਕਤੀਆਂ ਇੰਨੀਆਂ ਨੇ, ਕੋਈ ਨਹੀਂ ਭੇਦ ਪਾ ਸਕਦਾ। ਫਿਰ ਇਹ ਅੰਤ ਨਾ ਜਾਣੈ ਕੋਏ, ਇਹ ਅੰਤ ਕੋਈ ਜਾਣ ਹੀ ਨਹੀਂ ਸਕਦਾ। ਬਹੁਤਾ ਕਹੀਐ ਬਹੁਤਾ ਹੋਏ, ਜਿੰਨਾ ਕੋਈ ਸਮਝਦਾ ਹੈ, ਉਹਨੂੰ ਵਿਆਖਿਆ ਕਰਦਾ ਹੈ, ਉਹ ਹੋਰ ਅੱਗੇ ਦੀ ਅੱਗੇ ਹੋਰ ਪਿਆ ਆਖੋ। ਇਸ ਲਈ ਹਮੇਸ਼ਾ ਇਹ ਸਮਝਣਾ, ਜਿਤਨਾ ਕੁ ਸਾਨੂੰ ਗਿਆਨ ਹੈ, ਜਿਤਨੀ ਕੁ ਸੋਝੀ ਹੈ, ਇਹ ਕਿਣਕਾ ਮਾਤਰ ਹੈ। ਕਦੀ ਵੀ ਆਪਣੇ ਆਪ ਨੂੰ ਪਰਫੈਕਟ ਨਹੀਂ ਮੰਨਣਾ, ਨਾ ਆਪਣੇ ਗਿਆਨ ਨੂੰ ਪਰਫੈਕਟ ਮੰਨਣਾ, ਨਾ ਆਪਣੀ ਸੋਝੀ ਨੂੰ ਪਰਫੈਕਟ ਮੰਨਣਾ। ਅਸੀਂ ਦੂਸਰੇ ਨੂੰ ਘਟੀਆ ਉਦੋਂ ਹੀ ਸਮਝਦੇ ਹਾਂ ਜਦੋਂ ਆਪਣੇ ਆਪ ਨੂੰ ਪਰਫੈਕਟ ਮੰਨ ਲੈਂਦੇ ਹਾਂ। ਇਸ ਲਈ ਉਹਨੂੰ ਜਿਤਨਾ ਕੁ ਅਸੀਂ ਪਿਆਰਿਓ, ਜੋ ਉਹਦਾ ਗਿਆਨ ਹੈ, ਉਹਦੀ ਬਖਸ਼ਿਸ਼ ਹੈ, ਇਹ ਕਿਣਕਾ ਮਾਤਰ ਹੈ। ਵੱਡਾ ਸਾਹਿਬ ਉੱਚਾ ਥਾਂ, ਉਹ ਤੇ ਸਭ ਤੋਂ ਵੱਡਾ ਹੈ, ਸਭ ਤੋਂ ਪਵਿੱਤਰ ਉੱਚਾ ਸਥਾਨ ਹੈ ਉਹਦਾ। ਉੱਚੇ ਉੱਪਰ ਹੀ ਉੱਚਾ ਨਾਮ, ਜਿਸ ਨੂੰ ਅਸੀਂ ਉੱਚਾ ਕਹੀਏ, ਜਿਹਨੂੰ ਅਸੀਂ ਵੱਡਾ ਕਹੀਏ, ਉਹ ਸਾਰੇ ਉੱਚਿਆਂ ਤੋਂ ਉੱਚਾ ਵਾਹਿਗੁਰੂ ਜੀ ਆਪ ਹੈ। ਏਵੜ ਉੱਚਾ ਹੋਵੈ ਕੋਏ, ਇਸ ਉੱਚੇ ਕੋ ਜਾਣੈ ਸੋਏ। ਜੇ ਉਹਦੇ ਵਰਗਾ ਕੋਈ ਇੰਨਾ ਉੱਚਾ ਹੋਵੇ ਨਾ, ਫਿਰ ਹੀ ਤੇ ਜਾਣ ਸਕਦਾ ਹੈ। ਜੇ ਤੁਸੀਂ ਕਿਸੇ ਪਰਉਪਕਾਰੀ ਨੂੰ, ਕਿਸੇ ਗੁਣਵਾਨ ਨੂੰ, ਕਿਸੇ ਗਿਆਨਵਾਨ ਨੂੰ ਸਮਝਣਾ ਹੋਵੇ ਨਾ, ਤੇ ਤੁਹਾਡੇ ਗਿਆਨ ਦਾ ਲੈਵਲ ਉਤਨਾ ਹੋਣਾ ਚਾਹੀਦਾ, ਤੁਹਾਡੇ ਪਰਉਪਕਾਰ ਕਰਨ ਦਾ ਲੈਵਲ ਉਤਨਾ ਹੋਣਾ ਚਾਹੀਦਾ, ਤੁਹਾਡੀ ਬਿਰਤੀ ਦਾ ਲੈਵਲ ਉਤਨਾ ਹੋਏਗਾ, ਤਾਂ ਹੀ ਸਮਝ ਸਕਾਂਗੇ। ਫਿਰ ਵਾਹਿਗੁਰੂ ਜੀ ਦੇ ਬਰਾਬਰ ਦਾ ਲੈਵਲ ਤੇ ਹੋ ਹੀ ਨਹੀਂ ਸਕਦਾ। ਪਿੱਛੇ ਗੱਲ ਆਈ ਸੀ ਨਾ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਤੁਹਾਡਾ ਆਪਣਾ ਲੈਵਲ ਉਤਨਾ ਹੋਏਗਾ, ਤਾਂ ਤੁਸੀਂ ਉਸ ਨੂੰ ਸਮਝ ਸਕੋਗੇ। ਤੇ ਵਾਹਿਗੁਰੂ ਜੀ ਨੂੰ ਕੋਈ ਸਮਝ ਹੀ ਨਹੀਂ ਸਕਦਾ, ਕਿਉਂਕਿ ਉਹਦੇ ਵਰਗਾ, ਉਹਦੇ ਲੈਵਲ ਦਾ ਕੋਈ ਵੀ ਨਹੀਂ। ਜੇ ਵੱਡੇ ਆਪ ਜਾਣਾ ਆਪ ਆਪ, ਉਹ ਤੇ ਕਿੱਡਾ ਵੱਡਾ ਹੈ, ਕਿਸ ਤਰ੍ਹਾਂ ਦਾ, ਉਹ ਆਪ ਹੀ ਜਾਣਦਾ। ਨਾਨਕ ਨਦਰੀ ਕਰਮੀ ਦਾਤ, ਇਹ ਨਾਨਕ ਜੀ, ਉਹਦੀ ਨਜ਼ਰ ਪੈ ਜਾਵੇ, ਕਰਮ ਮਿਲਦਾ, ਬਖਸ਼ਿਸ਼ ਮਿਲਦੀ ਹੈ, ਬਖਸ਼ਿਸ਼ ਉਹਦੀ ਦਾਤ ਹੈ। ਇਹਦਾ ਮਤਲਬ ਮੇਨ ਮਕਸਦ ਇਹ ਨਹੀਂ ਹੈ ਕਿ ਵਾਹਿਗੁਰੂ ਜੀ ਨੂੰ ਜਾਣਨਾ ਹੈ, ਮੇਨ ਮਕਸਦ ਇਹ ਨਹੀਂ ਹੈ ਕਿ ਗਿਆਨ ਪ੍ਰਾਪਤ ਕਰਨਾ ਹੈ, ਮੇਨ ਮਕਸਦ ਇਹ ਨਹੀਂ ਹੈ ਕਿ ਬੁੱਝਣਾ ਹੈ, ਮੇਨ ਮਕਸਦ ਇਹ ਹੈ ਉਹਦੇ ਨਿਜ਼ਮ ਨੂੰ ਸਮਝਣਾ ਹੈ, ਫੋਲੋ ਕਰਨਾ ਹੈ, ਤਾਂ ਕਿ ਉਹਦੀ ਨਜ਼ਰ ਪੈ ਜਾਵੇ। ਇੱਦਾਂ ਕਹਿ ਲਓ ਕਿ ਇਸ ਤਰ੍ਹਾਂ ਦਾ ਜੀਵਨ ਜਿਉਣਾ ਹੈ ਜਿਹੜਾ ਵਾਹਿਗੁਰੂ ਜੀ ਨੂੰ ਚੰਗਾ ਲੱਗੇ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਸੌਖਾ ਜਿਹਾ ਤਰੀਕਾ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ, ਜੋ ਗੁਰਬਾਣੀ ਦੀਆਂ ਸਿੱਖਿਆਵਾਂ ਨੇ ਕਰਨ ਨੂੰ ਕਿਹਾ, ਉਹ ਕਰਮ ਕਰਨੇ ਨੇ, ਬਸ ਵਾਹਿਗੁਰੂ ਜੀ ਨੂੰ ਚੰਗਾ ਲੱਗੇ। ਜਿਹੜੇ ਕਰਮਾਂ ਤੋਂ ਗੁਰਬਾਣੀ ਨੇ ਰੋਕਿਆ, ਉਹ ਤੋਂ ਰੁਕਣਾ ਹੈ, ਵਾਹਿਗੁਰੂ ਜੀ ਨੂੰ ਚੰਗੇ ਲੱਗਾਂਗੇ, ਬਸ ਇਸੇ ਨਾਲ ਹੀ ਬਖਸ਼ਿਸ਼ ਮਿਲੇਗੀ। ਬਹੁਤਾ ਕਰਮ ਲਿਖਿਆ ਨਾ ਜਾਏ, ਉਹਦੀ ਜਿਹੜੀ ਬਖਸ਼ਿਸ਼ ਹੈ ਨਾ, ਬਹੁਤ ਵੱਡੀ ਹੈ, ਬਹੁਤਾ ਦੇ ਅਰਥ ਬਹੁਤ ਵੱਡੀ ਹੈ, ਕਮਾਲ ਦੀ ਹੈ। ਇਹ ਲਿਖਣ ਵਿੱਚ, ਦੱਸਣ ਵਿੱਚ ਨਹੀਂ ਆ ਸਕਦੀ। ਇਹ ਤਾਂ ਜਿਤਨੀ ਬਖਸ਼ਿਸ਼ ਕੋਈ ਪ੍ਰਾਪਤ ਕਰ ਲਏਗਾ, ਉਤਨਾ ਰਸ ਮਾਣ ਜਾਏਗਾ। ਵੱਡਾ ਦਾਤਾ ਤਿਲ ਨਾ ਤਮਾਏ, ਵਾਹਿਗੁਰੂ ਜੀ ਐਸੇ ਦਾਤੇ ਨੇ, ਉਹ ਦਿੰਦੇ ਨੇ, ਉਹਨਾਂ ਨੂੰ ਤਮਾ ਕੋਈ ਨਹੀਂ, ਪਛਤਾਵਾ ਕੋਈ ਨਹੀਂ, ਲੈਣ ਦੀ ਇੱਛਾ ਕੋਈ ਨਹੀਂ। ਮਨੁੱਖ ਕਿਸੇ ਨੂੰ ਕੁਝ ਦਿੰਦਾ ਹੈ ਨਾ, ਉਹਦੇ ਅੰਦਰ ਲੈਣ ਦੀ ਇੱਛਾ ਹੁੰਦੀ ਹੈ, ਜਾਂ ਸਤਿਕਾਰ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਹੈ, ਜਾਂ ਹੁੰਦਾ ਮੈਂ ਇਹਦੇ ਲਈ ਇਹ ਕੀਤਾ, ਇਹ ਮੇਰੇ ਲਈ, ਮੇਰੇ ਪਰਿਵਾਰ ਲਈ ਆਹ ਕਰੇ।
ਉਹ ਜਿਹੜੇ ਸਵਾਰਥ ਹੁੰਦੇ ਨੇ ਨਾ, ਜਿਹੜੇ ਹਿੱਤ ਹੁੰਦੇ ਨੇ, ਤਮਾ ਹੁੰਦੀ ਹੈ, ਇਹ ਰਿਸ਼ਤੇ ਤੋੜ ਦਿੰਦੇ ਨੇ। ਕਿ ਵਾਹਿਗੁਰੂ ਜੀ ਨੂੰ ਕੋਈ ਤਮਾ ਨਹੀਂ। ਕੇਤੇ ਮੰਗਹਿ ਜੋਧ ਅਪਾਰ, ਅਣਗਿਣਤ ਜੋਧੇ ਸੂਰਮੇ ਬੇਅੰਤ। ਉਹਦੇ ਤੋਂ ਮੰਗਦੇ ਨੇ, ਬਖਸ਼ਾਂ ਮੰਗਦੇ ਨੇ, ਬਲ ਮੰਗਦੇ ਨੇ, ਵਾਹਿਗੁਰੂ ਜੀ ਦਿੰਦੇ ਨੇ। ਕੇਤਿਆਂ ਗਣਤ ਨਹੀਂ ਵਿਚਾਰ, ਗਿਣਤੀ ਹੀ ਨਹੀਂ ਹੋ ਸਕਦੀ, ਵਿਚਾਰ ਹੀ ਨਹੀਂ ਹੋ ਸਕਦੀ। ਕਿਤਨੇ ਮੰਗਦੇ ਨੇ, ਕੁਛ ਮੰਗਦੇ ਨੇ, ਲੈਂਦੇ ਨੇ, ਸ਼ੁਕਰਾਨਾ ਕਰਦੇ ਨੇ। ਕੁਛ ਮੰਗਦੇ ਹੀ ਨਹੀਂ ਹੈ, ਸ਼ੁਕਰਾਨੇ ਵਿੱਚ ਜਿਉਂਦੇ ਨੇ, ਉਹਨੇ ਬਹੁਤ ਦਿੱਤਾ ਹੈ, ਬਹੁਤ ਦਿੱਤਾ ਹੈ, ਮੰਗਣ ਦੀ ਲੋੜ ਹੀ ਨਹੀਂ। ਉਹ ਤਾਂ ਕਹਿੰਦੇ ਨੇ ਕਿ ਮੈਂ ਤਾਂ ਮੰਗਾਂ ਜੇ ਵਾਹਿਗੁਰੂ ਜੀ ਨੂੰ ਨਾ ਪਤਾ ਹੋਵੇ, ਮੇਰੇ ਗੁਰੂ ਸਾਹਿਬ ਨੂੰ ਨਾ ਪਤਾ ਹੋਵੇ। ਸਗੋਂ ਜੇ ਗੁਰੂ ਸਾਹਿਬ ਕਹਿਣ ਕਿ ਮੰਗ ਕੀ ਮੰਗਣਾ, ਇਤਿਹਾਸਕ ਵਰਤਾਰੇ ਪੜ੍ਹ ਕੇ ਦੇਖਣੇ ਤੇ ਉਹਨਾਂ ਦੀ ਆਵਾਜ਼ ਹੁੰਦੀ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਵਾਹਿਗੁਰੂ ਜੀ ਤੁਹਾਡਾ ਪਿਆਰ ਮਿਲਦਾ ਰਵੇ, ਗੁਰੂ ਸਾਹਿਬ ਜੀ ਤੁਹਾਡਾ ਪਿਆਰ ਮਿਲਦਾ ਰਵੇ, ਹੋਰ ਕੀ ਚਾਹੀਦਾ। ਪਰ ਇਹਦੇ ਉਲਟ ਕੁਝ ਨਾ ਸ਼ੁਕਰੇ ਲੋਕ ਵੀ ਹੁੰਦੇ ਨੇ, ਜਿਹੜੇ ਕੇਤੇ ਖੱਪ ਟੁੱਟਹਿ ਬੇਕਾਰ, ਦਾਤਾਂ ਲੈਂਦੇ ਨੇ, ਬੇਕਾਰਾਂ ਵਿੱਚ ਜੀਵਨ ਜਿਉਂਦੇ ਨੇ, ਖੱਜਲ ਖੁਆਰ ਹੁੰਦੇ ਨੇ। ਰੱਬ ਤੋਂ ਦਾਤਾਂ ਮੰਗਦੇ ਨੇ, ਦਾਤਾਂ ਲੈਂਦੇ ਨੇ, ਰੱਬ ਦੇ ਸ਼ੁਕਰਾਨੇ ਵਿੱਚ ਨਹੀਂ ਵਰਤਦੇ, ਰੱਬ ਦੇ ਭੈ ਭਾਵਨੀ ਵਿੱਚ ਨਹੀਂ ਵਰਤਦੇ। ਇੱਕ ਦਿਨ ਘਰ ਖਾਲੀ ਹੋ ਜਾਂਦਾ ਹੈ, ਪੱਲੇ ਕੁਛ ਨਹੀਂ ਰਹਿੰਦਾ। ਕੇਤੇ ਲੈ ਲੈ ਮੁੱਕਰ ਪਾਹੇ। ਕਿਤਨੇ ਨੇ ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਕਿ ਵਾਹਿਗੁਰੂ ਜੀ ਨੇ ਦਾਤਾਂ ਦਿੱਤੀਆਂ ਨੇ, ਬਖਸ਼ਿਸ਼ਾਂ ਦਿੱਤੀਆਂ ਨੇ। ਉਹ ਕਹਿੰਦੇ ਨੇ ਮੈਂ ਆਪਣੀ ਕਮਾਈ ਨਾਲ ਕਮਾਇਆ ਹੈ। ਮੁੱਕਰ ਜਾਂਦੇ ਨੇ। ਜਦੋਂ ਕੋਈ ਕਹਿੰਦਾ ਨਾ ਮੈਂ ਆਪਣੀ ਮਿਹਨਤ ਨਾਲ ਆ ਚੀਜ਼ ਪ੍ਰਾਪਤ ਕੀਤੀ ਹੈ, ਆਪਣੀ ਕਮਾਈ ਨਾਲ ਪ੍ਰਾਪਤ ਕੀਤੀ ਹੈ, ਇਹਦਾ ਮਤਲਬ ਮੁੱਕਰ ਗਿਆ, ਉਹਨੂੰ ਪਤਾ ਹੀ ਨਹੀਂ ਦਾਤ ਦਿੱਤੀ ਹੈ। ਕੇਤੇ ਮੂਰਖ ਖਾਹੀ ਖਾਹੇ। ਕਿਤਨੇ ਮੂਰਖ ਨੇ ਜਿਹੜੇ ਉਹਦੀਆਂ ਦਾਤਾਂ ਲਈ ਜਾਂਦੇ ਨੇ, ਨਾ ਰੱਬ ਦਾ ਪਿਆਰ, ਨਾ ਗੁਰੂ ਦਾ ਭੈ, ਨਾ ਧਰਮ ਦਾ ਮਾਰਗ, ਨਾ ਧਰਮ ਦੇ ਉਪਦੇਸ਼। ਪਰ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਰੱਬ ਦਾ ਨਿਜ਼ਮ ਸਮਝ ਆ ਗਿਆ, ਜਿਨ੍ਹਾਂ ਨੂੰ ਰੱਬ ਦੇ ਇਸ ਵਰਤਾਰੇ ਦਾ, ਗੁਰਬਾਣੀ ਦੀਆਂ ਸਿੱਖਿਆਵਾਂ ਤੋਂ ਉਸਨੇ ਸਿੱਖ ਲਿਆ ਜ਼ਿੰਦਗੀ ਜਿਉਣੀ। ਉਹ ਪਤਾ ਹੈ ਉਹਨਾਂ ਦੀ ਸੋਚ ਕੈਸੀ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਉਹ ਕਹਿੰਦੇ ਨੇ ਜ਼ਿੰਦਗੀ ਜਿਹੜੇ ਦੁੱਖ ਆਉਂਦੇ ਨੇ, ਭੁੱਖ ਹੁੰਦਾ, ਕ੍ਰਾਈਸਿਸ ਹੁੰਦੀ ਹੈ, ਮਾਰ ਹੁੰਦੀ ਹੈ, ਟ੍ਰੈਜਡੀ ਵਾਪਰ ਜਾਂਦੀ ਹੈ, ਕੋਈ ਦੁਖਾਂਤ ਵਾਪਰ ਗਿਆ। ਇਹ ਸਭ ਵਾਹਿਗੁਰੂ ਜੀ ਦੀਆਂ ਦਾਤਾਂ ਨੇ। ਦੁੱਖ ਆ ਗਿਆ ਤਾਂ ਕੀ ਹੋ ਗਿਆ, ਬੜਾ ਤਜਰਬਾ ਮਿਲਦਾ ਦੁੱਖ ਵਿੱਚੋਂ। ਇਕਨੋਮਿਕਲ ਕ੍ਰਾਈਸਿਸ ਆ ਗਿਆ ਤਾਂ ਕੀ ਹੋ ਗਿਆ, ਬੰਦਾ ਸੁਚੇਤ ਹੋ ਜਾਂਦਾ ਹੈ, ਮਿਹਨਤ ਵਧਾ ਲੈਂਦਾ ਹੈ। ਜੇ ਕੋਈ ਟ੍ਰੈਜਡੀ ਵਾਪਰ ਗਈ ਤਾਂ ਕੀ ਹੋ ਗਿਆ, ਇਹ ਵਾਹਿਗੁਰੂ ਜੀ ਦਾ ਖੇਲ ਹੈ। ਉਹ ਸਮਝਦੇ ਨੇ ਵਾਹਿਗੁਰੂ ਜੀ ਦੀਆਂ ਦਾਤਾਂ ਨੇ। ਕੁਛ ਐਸੇ ਵੀ ਜਿਉਂਦੇ ਨੇ, ਕੌਣ ਨੇ, ਜਿਨ੍ਹਾਂ ਨੂੰ ਉਹਦੇ ਨਿਜ਼ਮ ਦਾ ਪਤਾ ਲੱਗ ਜਾਂਦਾ ਹੈ। ਬੰਦ ਖਲਾਸੀ ਭਾਣਾ ਹੋਏ, ਉਹ ਇਸ ਤਰ੍ਹਾਂ ਜੀਵਨ ਜਿਉਂਦੇ ਨੇ ਜਿਹੜਾ ਰੱਬ ਨੂੰ ਭਾ ਜਾਵੇ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ। ਫਿਰ ਉਹ ਜਿਹੜੀ ਆਦਤ ਤੋਂ ਮੁਕਤੀ ਮਿਲ ਜਾਂਦੀ ਹੈ। ਗੁਰਮਤ ਦੇ ਵਿੱਚ ਜੀਵਨ ਮੁਕਤ ਦਾ ਕਨਸੈਪਟ ਹੈ ਪਿਆਰਿਓ, ਮਰਨ ਤੋਂ ਬਾਅਦ ਮੁਕਤੀ ਦਾ ਕਨਸੈਪਟ ਗੁਰਮਤ ਵਿੱਚ ਨਹੀਂ ਹੈ। ਗੁਰਮਤ ਵਿੱਚ ਜਿਉਂਦੇ ਜੀ ਵਿਕਾਰਾਂ ਦੀਆਂ ਆਦਤਾਂ ਤੋਂ ਮੁਕਤ ਹੋਣਾ ਹੈ। ਇਹ ਹੋਇਆ ਜਾਏਗਾ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨ ਕੇ, ਪ੍ਰੈਕਟੀਕਲ ਜਿਉਂ ਕੇ। ਬਸ ਇਹ ਸੋਚ ਕੇ ਕਿ ਮੇਰੇ ਗੁਰੂ ਨੂੰ ਕੀ ਚੰਗਾ ਲੱਗਦਾ। ਇਹ ਨੌਜਵਾਨ ਵੀਰੋ, ਇਹ ਮੇਰੀਓ ਧੀਓ ਭੈਣੋ, ਸੋਚੋ ਮੇਰੇ ਗੁਰੂ ਨੂੰ ਸਿੱਖੀ ਸਰੂਪ ਚੰਗਾ ਲੱਗਦਾ ਹੈ। ਸਿੱਖੀ ਸਰੂਪ ਵਿੱਚ ਆਓ, ਆਪਣੇ ਮਨ ਨੂੰ ਤਕੜਾ ਕਰੋ, ਫੈਸਲਾ ਲਓ, ਕੁਇਕ ਫੈਸਲਾ ਲਓ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਨ ਨੂੰ ਭਾ ਜਾਏਗਾ। ਗੁਰੂ ਸਾਹਿਬ ਨੂੰ ਕਰਮਕਾਂਡ ਨਹੀਂ ਚੰਗਾ ਲੱਗਦਾ, ਮੁੱਲ ਦੇ ਪਾਠ ਕਰਨੇ ਕਰਾਉਣੇ ਗੁਰੂ ਸਾਹਿਬ ਨੂੰ ਚੰਗੇ ਨਹੀਂ ਲੱਗਦੇ। ਆਪ ਸਹਿਜ ਪਾਠ ਕਰਨਾ, ਆਪ ਅਰਥ ਸਮਝਣੇ ਚੰਗਾ ਲੱਗਦਾ। ਅੰਦਰੋਂ ਸਿੱਖ ਬਣੀਏ, ਬਾਹਰੋਂ ਸਿੱਖ ਦਿਸੀਏ, ਗੁਰਮਤ ਵਿੱਚ ਜਿਉਈਏ, ਗੁਰਮਤ ਦੇ ਧਾਰਨੀ ਬਣੀਏ, ਗੁਰਮੁਖ ਸੁਭਾਅ ਪ੍ਰਾਪਤ ਕਰਨ ਵਾਸਤੇ ਯਤਨ ਕਰੀਏ। ਬਸ ਜਦੋਂ ਮਨ ਵਿੱਚ ਸੋਚਾਂਗੇ ਨਾ ਮੈਂ ਗੁਰੂ ਨੂੰ ਕਿਵੇਂ ਚੰਗਾ ਲੱਗਾ, ਬਸ ਇਹ ਜਿਹੜੀਆਂ ਆਦਤਾਂ ਨੇ ਨਾ, ਜਿਹੜੀਆਂ ਆਦਤਾਂ ਸਿੱਖੀ ਸਰੂਪ ਨੂੰ ਚੰਗਾ ਨਹੀਂ ਸਮਝਦੀਆਂ, ਜਿਹੜੀਆਂ ਮਨ ਦੀਆਂ ਆਦਤਾਂ ਗੁਰਮਤ ਤੋਂ, ਗੁਰਬਾਣੀ ਤੋਂ ਦੂਰੀ ਪਾਈ ਬੈਠੀਆਂ ਨੇ ਨਾ, ਇਹ ਮੁਕਤੀ ਮਿਲ ਜਾਏਗੀ। ਬੰਦ ਖਲਾਸੀ ਭਾਣਾ ਹੋਰ ਆਖ ਨਾ ਸਕੈ ਕੋਈ, ਹੋਰ ਕੋਈ ਤਰੀਕਾ ਨਹੀਂ ਹੈ। ਪਖੰਡੀ ਲੋਕ ਪਖੰਡ ਸਿਖਾ ਦਿੰਦੇ ਨੇ। ਕੋਈ ਕਹਿੰਦਾ ਬਾਣੀ ਪੜ੍ਹੋ, ਇਹ ਪਾਣੀ ਨੂੰ ਛਿੜਕ ਦਿਓ, ਤੇਰਾ ਕਾਰੋਬਾਰ ਵੱਧ ਜਾਏਗਾ। ਇੱਦਾਂ ਦੇ ਪ੍ਰਚਾਰ ਵੀ ਹੁੰਦੇ ਨੇ। ਕਹਿੰਦੇ ਤੂੰ ਬਾਣੀ ਪੜ੍ਹ, ਕੋਲੇ ਪਾਣੀ ਰੱਖ ਲਈ, ਪਾਣੀ ਦਾ ਛਿੱਟਾ ਦੇ ਦੀ, ਤੇਰਾ ਕਾਰੋਬਾਰ ਵਿੱਚ ਵਾਧਾ ਹੋ ਜਾਏਗਾ। ਉਹਨੇ ਇਹ ਨਹੀਂ ਪੁੱਛਿਆ ਕਿ ਉਹ ਤਾਂ ਬੇਈਮਾਨੀਆਂ ਦੇ ਨਾਲ ਤਾਂ ਆਪਣਾ ਕਾਰੋਬਾਰ ਚਲਾ ਰਿਹਾ।
ਝੂਠ ਬੋਲ ਕੇ ਕਾਰੋਬਾਰ ਚਲਾ ਰਿਹਾ, ਬਸ ਪਾਣੀ ਨਾਲ ਸਰ ਜਾਏਗਾ? ਨਹੀਂ, ਕਹਿਣਾ ਇਹ ਚਾਹੀਦਾ ਸੀ ਕਿ ਬੇਈਮਾਨੀ ਕਰਨੀ ਬੰਦ ਕਰ, ਝੂਠ ਦਾ ਸਹਾਰਾ ਲੈ ਕੇ ਬਿਜ਼ਨਸ ਚਲਾਉਣਾ ਬੰਦ ਕਰ। ਕਹਿ ਦਿੱਤਾ ਤੂੰ ਬਾਣੀ ਪੜ੍ਹ ਲੈ, ਉਹ ਪਾਣੀ ਨੂੰ ਘਰ ਵਿੱਚ ਛਿੜਕਦੀ, ਕਲੇਸ਼ ਹਟ ਜਾਏਗਾ। ਉਸ ਘਰ ਵਿੱਚ ਇੱਕ ਦੂਸਰੇ ਦੀ ਭਾਵਨਾ ਦੀ ਤਾਂ ਕਦਰ ਨਹੀਂ ਕਰ ਰਹੇ, ਉਹ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਚੋਟਾਂ ਮਾਰਦੇ ਨੇ, ਇਦਾਂ ਹੀ ਕਲੇਸ਼ ਹਟ ਜਾਏਗਾ। ਇਹ ਕਰਮਕਾਂਡ ਸਿਖਾਇਆ ਜਾ ਰਿਹਾ, ਪਾਖੰਡ ਸਿਖਾਇਆ ਜਾ ਰਿਹਾ। ਕਹਿਣਾ ਇਹ ਚਾਹੀਦਾ ਸੀ ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਸਿੱਖੋ, ਇੱਕ ਦੂਸਰੇ ਦੀਆਂ ਭਾਵਨਾਵਾਂ ਸਮਝੋ। ਕਿਵੇਂ ਸਮਝਣੀ? ਅਸੀਂ ਗੁਰਬਾਣੀ ਦੇ ਅਰਥਾਂ ਨੂੰ ਸਮਝੋ, ਗੁਰਬਾਣੀ ਦੇ ਅਰਥਾਂ ਵਿੱਚ ਰਮਜ਼ਾਂ ਨੂੰ ਸਮਝੋ, ਉਹਨੂੰ ਜ਼ਿੰਦਗੀ 'ਚ ਜਿਉਵੋ। ਇਸੇ ਨੂੰ ਤੇ ਗਿਆਨ ਰੂਪੀ ਨਾਮ ਕਿਹਾ। ਗਿਆਨ ਰੂਪੀ ਨਾਮ ਨੇ ਅਸਰ ਕਰਨਾ ਸੀ। ਗਿਆਨ ਕਾ ਬੱਧਾ ਮਨ ਰਹਿ, ਗੁਰਬਿਨ ਗਿਆਨ ਨਾ ਹੋਏ। ਇਸ ਤੋਂ ਬਿਨਾਂ ਜੇ ਕੋਈ ਹੋਰ ਤਰੀਕੇ ਸਿਖਾ ਰਿਹਾ, ਹੋਰ ਆਖ ਨਾ ਸਕੈ ਕੋਈ, ਹੋਰ ਕੋਈ ਤਰੀਕਾ ਹੈ ਹੀ ਨਹੀਂ ਜਿਹੜਾ ਕਿਹਾ ਜਾ ਸਕੇ। ਜੇ ਕੋ ਖਾਏ ਕੇ ਆਖਣ ਪਾਏ, ਜੇ ਕੋਈ ਕਹਿੰਦਾ ਨਾ ਤੇ ਉਹ ਮੂਰਖ ਖਵਾਉਂਦਾ ਆਖੋ। ਉਹ ਜਾਣੈ ਜੇਤੀਆ ਮੋਏ ਖਾਏ। ਜਦੋਂ ਸੱਚ ਦੀ ਕਸਵੱਟੀ ਤੇ ਪਰਖਿਆ ਜਾਂਦਾ ਨਾ, ਲੌਜਿਕ ਦੇ ਨਾਲ, ਦਲੀਲ ਦੇ ਨਾਲ ਜਦੋਂ ਇਸ ਗੱਲ ਨੂੰ ਪਰਖਿਆ ਜਾਂਦਾ ਨਾ, ਫਿਰ ਮੂੰਹ ਤੇ ਚੋਟਾਂ ਪੈਂਦੀਆਂ ਨੇ। ਜੇਤੀਆਂ ਮੂੰਹ ਖਾਏ, ਇਹ ਵੀ ਇੱਕ ਕਹਾਵਤ ਹੈ, ਮੂੰਹ ਤੇ ਚੋਟਾਂ ਪੈਂਦੀਆਂ ਨੇ। ਕੋਈ ਕਵੇ ਨਾ ਕਿ ਤੂੰ ਬਾਣੀ ਪੜ੍ਹ ਲਈ, ਪਾਣੀ ਦਾ ਛਿੱਟਾ ਦੇ ਦੀ, ਕਲੇਸ਼ ਮਿਟ ਜਾਏਗਾ, ਤੇ ਉਹਦੇ ਸਾਹਮਣੇ ਇੱਕ ਦਲੀਲ ਰੱਖਣੀ, ਲੌਜਿਕ ਰੱਖਣੀ ਕਿ ਜਿਹੜੇ ਲੋਕ ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰ ਰਹੇ, ਘਰ ਦੇ ਵਿੱਚ ਕਿਸੇ ਚੰਗੇ ਵਿਅਕਤੀ ਨੂੰ, ਆਪਣੇ ਹੀ ਘਰ ਦੇ ਮੈਂਬਰ ਨੂੰ ਦਬਾਇਆ ਜਾ ਰਿਹਾ, ਸਾਰੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨੂੰ ਡਿਪਰੈਸ਼ਨ ਪੈਦਾ ਕਰ ਦਿੰਦੇ ਨੇ, ਉਹਦੇ ਸਾਹਮਣੇ ਦਲੀਲ ਰੱਖਣੀ। ਜੇ ਇਹੀ ਵਰਤਾਰਾ ਚੱਲਦਾ ਰਿਹਾ, ਕਲੇਸ਼ ਹਟ ਜਾਏਗਾ? ਤਾਂ ਦੇਖਿਓ, ਇਸ ਤਰ੍ਹਾਂ ਦੀ ਗੱਲ ਕਹਿਣ ਵਾਲੇ ਦੇ ਮੂੰਹ ਤੇ ਚੋਟ ਪੈਂਦੀ ਹੈ। ਸੱਚ ਇਹ ਹੈ, ਅਸੀਂ ਜਿੰਨਾ ਚਿਰ ਗੁਰਬਾਣੀ ਨੂੰ ਸਮਝਦੇ ਨਹੀਂ, ਅਸੀਂ ਕਰਮਕਾਂਡੀਆਂ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ। ਅਸੀਂ ਜਿੰਨਾ ਚਿਰ ਗੁਰਬਾਣੀ ਦੇ ਅਰਥ ਆਪ ਨਹੀਂ ਸਿੱਖਦੇ, ਆਪ ਨਹੀਂ ਸਮਝਦੇ, ਅਸੀਂ ਕਰਮਕਾਂਡੀਆਂ ਦੀ ਗੱਲ ਮੰਨ ਲੈਂਦੇ ਹਾਂ। ਆਪੇ ਜਾਣਾ, ਆਪੇ ਦੇ। ਪਿਆਰੇ ਹੋਏ ਤਾਂ ਵਾਹਿਗੁਰੂ ਜੀ ਨੇ ਦੇਣਾ ਹੈ। ਦੇਣਾ ਕਿਵੇਂ ਹੈ? ਸਾਡਾ ਸੁਭਾਅ ਦੇਖ ਕੇ ਦੇਣਾ ਹੈ। ਅਸੀਂ ਸੁਭਾਅ ਨੂੰ ਸੰਵਾਰਨਾ ਹੈ, ਸੁਭਾਅ ਨੂੰ ਸ਼ਿੰਗਾਰਨਾ ਹੈ। ਅਸੀਂ ਆਪਣੀ ਸੋਚ ਨੂੰ, ਵਿਚਾਰਧਾਰਾ ਨੂੰ ਸ਼ਿੰਗਾਰਨਾ ਹੈ, ਤੇ ਗੁਰਬਾਣੀ ਦੇ ਗਿਆਨ ਨੇ ਸੋਚ, ਸੁਭਾਅ ਤੇ ਵਿਚਾਰਧਾਰਾ ਨੂੰ ਸ਼ਿੰਗਾਰ ਦੇਣਾ ਹੈ, ਸੰਵਾਰ ਦੇਣਾ ਹੈ, ਸੁੰਦਰ ਬਣਾ ਦੇਣਾ ਹੈ। ਆਖੈਂ ਸੇ ਭੇ ਕਈ ਕੇ ਆਖਦੇ ਨੇ, ਵੱਖ-ਵੱਖ ਤਰੀਕਿਆਂ ਦੇ ਨਾਲ ਆਖ ਰਹੇ ਨੇ, ਪਰ ਅਸੀਂ ਗੁਰੂ ਦੀ ਕਹੀ ਹੋਈ ਗੱਲ ਨੂੰ ਸੁਣਨਾ ਹੈ, ਸਮਝਣਾ ਹੈ, ਗੁਰੂ ਦੀ ਗੱਲ ਨੂੰ ਮੰਨਣਾ ਹੈ। ਕਰਮਕਾਂਡੀ ਕੀ ਕਹਿ ਰਿਹਾ, ਪਾਖੰਡੀ ਕੀ ਕਹਿ ਰਿਹਾ, ਕੋਈ ਆਪਣੀ ਹੱਟੀ ਚਲਾਉਣ ਵਾਲਾ ਕੀ ਕਹਿ ਰਿਹਾ, ਕੋਈ ਧਰਮ ਦੀਆਂ ਹੱਟੀਆਂ ਵੀ ਚਲਾ ਰਹੇ ਨੇ। ਅਸੀਂ ਨਹੀਂ ਸੁਣਨੀਆਂ ਉਹਨਾਂ ਦੀਆਂ ਗੱਲਾਂ, ਅਸੀਂ ਸੁਣਨੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੱਲਾਂ। ਇਹ ਸਾਰੇ ਖਿਲਾਰੇ ਪਈ ਤਦ ਨੇ ਜਦ ਹਰ ਗੁਰਸਿੱਖ ਆਪ ਅਰਥ ਨਹੀਂ ਸਿੱਖ ਰਿਹਾ। ਸ਼ੁਕਰ ਵਾਹਿਗੁਰੂ ਜੀ ਦਾ, ਬੜੇ ਪਰਿਵਾਰਾਂ ਦੀ ਇਹ ਫੀਡਬੈਕ ਆਈ, ਭਾਈ ਸਾਹਿਬ ਜੀ ਬਹੁਤ ਸੋਹਣਾ ਉਪਰਾਲਾ ਹੈ। ਬੜੇ ਪਰਿਵਾਰ ਆਨੰਦ ਮਾਣ ਰਹੇ ਨੇ, ਪਰਿਵਾਰ ਸਮੇਤ, ਬੱਚਿਆਂ ਸਮੇਤ। ਲੱਕੀ ਨੇ ਉਹ ਬੱਚੇ ਜਿਹੜੇ ਬਚਪਨ ਤੋਂ ਇਹ ਅਭਿਆਸ ਸ਼ੁਰੂ ਕਰ ਦੇਣਗੇ। ਅੱਧਾ ਘੰਟਾ ਬੜਾ ਸੌਖਾ ਹੁੰਦਾ ਹੈ, ਕੋਈ ਬਹੁਤਾ ਨਹੀਂ ਹੈ। ਬਹੁਤ ਪਰਿਵਾਰਾਂ ਦੀ ਫੀਡਬੈਕ ਆਈ, ਭਾਈ ਸਾਹਿਬ ਜੀ ਅਤੇ ਬੜਾ ਸੌਖਾ ਹੋ ਗਿਆ, ਨਾਲੇ ਤੇ ਦਰਸ਼ਨ ਹੋ ਰਹੇ ਨੇ ਪਾਵਨ ਅੰਗ ਦੇ, ਪਾਵਨ ਗੁਰਬਾਣੀ ਦੇ, ਨਾਲੇ ਪਾਠ ਹੋ ਰਿਹਾ, ਕੰਨਾਂ 'ਚ ਪੈ ਰਿਹਾ, ਅਸੀਂ ਨਾਲ ਪੰਕਤੀ ਬੋਲ ਰਹੇ ਹਾਂ, ਤੇ ਨਾਲੇ ਅਰਥ ਸਮਝ ਆ ਜਾਂਦੇ ਨੇ। ਕੁਝ ਪਰਿਵਾਰਾਂ ਦੀ ਫੀਡਬੈਕ ਆਈ, ਭਾਈ ਸਾਹਿਬ ਜੀ ਬਹੁਤ ਸੌਖੇ ਅਰਥ ਦੱਸੇ ਜਾ ਰਹੇ ਨੇ, ਸਾਡੇ ਬੱਚਿਆਂ ਨੂੰ ਵੀ ਸਮਝ ਆ ਰਹੇ ਨੇ। ਨੋਟਸ ਬਣਾਉਣੇ ਸ਼ੁਰੂ ਕਰ ਦਿਓ, ਬੱਚਿਆਂ ਨੂੰ ਕਹੋ ਬੇਟਾ ਸੁਣ ਕੇ ਨੋਟਸ ਬਣਾ, ਬੱਚਾ ਸਿੱਖਦਾ ਜਾਏਗਾ, ਸਿੱਖਦਾ ਜਾਏਗਾ। ਇੱਕ ਗੱਲ ਅੱਜ ਸਮਝ ਲੱਗੀ, ਇੱਕ ਕੱਲ੍ਹ ਨੂੰ ਸਮਝ ਲੱਗੀ, ਸਾਡੇ ਬੱਚਿਆਂ ਦੀ ਸੋਚ ਘੜੀ ਜਾਏਗੀ, ਅੰਦਰ ਮਹਿਲ ਘੜਿਆ ਜਾਏਗਾ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਬੱਚਾ ਬਚਪਨ ਤੋਂ, ਟੀਨ ਏਜ ਤੋਂ ਗੁਰਬਾਣੀ ਨੂੰ ਅਰਥਾਂ ਸਮੇਤ ਸਮਝਣ ਲੱਗ ਜਾਵੇ, ਉਹ ਕਰਮਕਾਂਡ ਵਿੱਚ ਨਹੀਂ ਫਸੇਗਾ, ਪਾਖੰਡਵਾਦ ਵਿੱਚ ਨਹੀਂ ਫਸੇਗਾ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਨੂੰ ਸਮਝੀਏ, ਜਿਸ ਨੂੰ ਬਖਸ਼ੇ ਸਿਫਤ ਸਾਲਾਹ। ਵਾਹਿਗੁਰੂ ਜੀ ਸੋਚ ਦੇਖਦੇ ਨੇ, ਸੁਭਾਅ ਦੇਖਦੇ ਨੇ, ਵਿਚਾਰਧਾਰਾ ਦੇਖਦੇ ਨੇ। ਜਿਹਦਾ ਸੁਭਾਅ, ਸੋਚ, ਵਿਚਾਰਧਾਰਾ ਵਾਹਿਗੁਰੂ ਜੀ ਦੇ ਨਿਯਮਾਂ ਵਿੱਚ ਫਿੱਟ ਆ ਗਿਆ, ਇਹਨੂੰ ਸੌਖਾ ਜਿਹਾ ਕਰਦੇ ਹਾਂ। ਜਿਹਨੂੰ ਪੰਛੀ ਬਣਾਇਆ, ਉਹਦਾ ਪੰਛੀ ਪੁਣੇ ਵਾਲਾ ਸੁਭਾਅ ਚਾਹੀਦਾ। ਜਿਹਨੂੰ ਪਸ਼ੂ ਬਣਾਇਆ, ਉਹਦਾ ਪਸ਼ੂ ਪੁਣੇ ਵਾਲਾ ਸੁਭਾਅ ਚਾਹੀਦਾ। ਪੰਛੀਆਂ ਤੇ ਪਸ਼ੂਆਂ ਦੇ ਵਿੱਚ 100% ਪਸ਼ੂ ਪੁਣਾ ਤੇ ਪੰਛੀ ਪੁਣਾ ਹੁੰਦਾ ਹੈ।
ਇਸ ਲਈ ਉਹਨਾਂ ਨੂੰ ਫਿਕਰ ਨਹੀਂ ਕਿ ਮੇਰਾ ਬੱਚਾ ਪੰਛੀ ਪੁਣਾ ਨਾ ਛੱਡ ਜਾਵੇ, ਜਾਂ ਪਸ਼ੂਆਂ ਨੂੰ ਫਿਕਰ ਨਹੀਂ ਮੇਰਾ ਬੱਚਾ ਪਸ਼ੂ ਪੁਣਾ ਨਾ ਛੱਡ ਜਾਵੇ। ਸਾਨੂੰ ਇਨਸਾਨ ਬਣਾਇਆ ਹੈ, ਸਾਡੇ ਅੰਦਰ ਇਨਸਾਨੀਅਤ ਵਾਲਾ ਸੁਭਾਅ ਹੋਣਾ ਚਾਹੀਦਾ। ਜਦੋਂ ਅਸੀਂ ਇਨਸਾਨੀਅਤ ਛੱਡ ਜਾਂਦੇ ਹਾਂ, ਬੱਚੇ ਦੇਖਦੇ ਨੇ ਚਾਰ ਸਪੇਰੇ ਇਨਸਾਨੀਅਤ ਨਹੀਂ ਦਿਸਦੀ, ਤਾਂ ਬੱਚਾ ਵੀ ਇਨਸਾਨੀਅਤ ਤੋਂ ਦੂਰ ਜਾਣ ਦਾ ਉਹਦੇ ਅੰਦਰ ਸੰਸਕਾਰ ਪੈਦਾ ਹੋ ਜਾਂਦੇ ਨੇ। ਮੇਰੇ ਗੁਰੂ ਪਾਤਸ਼ਾਹ ਨੇ ਤਾਂ ਆਮ ਹਿਊਮਨ ਬੀਇੰਗ ਤੋਂ ਵੀ ਉੱਪਰਲੀ ਸੋਚ, ਗੁਰਮੁਖ ਸੁਭਾਅ ਦੀ ਸੋਚ ਦੇ ਦਿੱਤੀ, ਗੁਰਸਿੱਖ ਬਣਾਇਆ। ਅਸੀਂ ਗੁਰਸਿੱਖ ਬਣਨਾ ਹੈ। ਗੁਰੂ ਸਾਹਿਬ ਨੇ ਦੇਖਣਾ ਇਹਦੇ ਅੰਦਰ ਸਿੱਖੀ ਸਰੂਪ, ਸਿੱਖੀ ਸੋਚ, ਸਿੱਖੀ ਵਿਚਾਰਧਾਰਾ ਕਿੰਨੀ ਹੈ, ਇਹਦੇ ਅੰਦਰ ਗੁਰਮਤ ਕਿੰਨੀ ਹੈ, ਇਹ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਕਿੰਨਾ ਮੰਨਦਾ ਹੈ। ਬਸ ਜਦੋਂ ਉਹਨੂੰ ਚੰਗਾ ਲੱਗਦਾ ਹੈ, ਫਿਰ ਉਹ ਬਖਸ਼ਿਸ਼ ਦਿੰਦਾ ਹੈ। ਜਿਹਨੂੰ ਇਸ ਤਰ੍ਹਾਂ ਦਾ ਜੀਵਨ ਜਿਉਣ ਦੀ ਬਖਸ਼ਿਸ਼ ਦੇ ਦਿੰਦਾ ਹੈ। ਇਹ ਗੱਲ ਨੌਜਵਾਨ ਵੀਰ, ਮੇਰੀਆਂ ਧੀਆਂ ਭੈਣਾਂ ਜ਼ਰੂਰ ਜਾਣ ਲਿਓ। ਬਾਬੇ ਨਾਨਕ ਦਾ ਮਿਸ਼ਨ ਪਰਉਪਕਾਰੀ ਮਿਸ਼ਨ ਹੈ। ਪਰਉਪਕਾਰੀ ਬਣੋ। ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡਾ ਪਰਉਪਕਾਰ ਹੈ ਬੱਚਿਆਂ ਨੂੰ ਗੁਰੂ ਵਿਰਸੇ ਦਾ ਪਿਆਰ ਵੰਡਣਾ, ਗੁਰੂ ਵਿਰਸੇ ਨਾਲ ਜੋੜਨਾ, ਬੱਚਿਆਂ ਨੂੰ ਸਿੱਖੀ ਵਿਰਸੇ ਬਾਰੇ, ਗੁਰੂ ਸਾਹਿਬ ਦੇ ਇਤਿਹਾਸ ਬਾਰੇ, ਗੁਰਬਾਣੀ ਦੀਆਂ ਸਿੱਖਿਆਵਾਂ ਬਾਰੇ ਗਿਆਨ ਵੰਡਣਾ। ਹਫ਼ਤੇ 'ਚੋਂ ਇੱਕ ਦਿਨ ਬੱਚਿਆਂ ਨੂੰ ਕੁਝ ਸਿਖਾਉਣਾ ਸ਼ੁਰੂ ਕਰੋ। ਉਹਦੇ ਲਈ ਆਪ ਸਿੱਖੋ। ਮਾਪੇ ਘਰ ਵਿੱਚ ਵੀਕਐਂਡ 'ਤੇ ਆਪਣੇ ਬੱਚਿਆਂ ਨੂੰ ਸਿੱਖੀ ਵਿਰਸਾ ਸਿਖਾਓ। ਮੈਨੂੰ ਪਰਿਵਾਰਾਂ ਵੱਲੋਂ ਇਹ ਵੀ ਫੀਡਬੈਕ ਆਈ, ਭਾਈ ਸਾਹਿਬ ਜੀ ਇਹ ਤੁਹਾਡਾ ਉਪਰਾਲਾ ਬਹੁਤ ਵਧੀਆ ਹੈ। ਅਸੀਂ ਜਦੋਂ ਇਹ YouTube ਤੋਂ ਵੀਡੀਓ ਲਾ ਕੇ ਦੇਖਦੇ ਹਾਂ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਹੋਰ ਵੀ ਸੌਖਾ ਹੋ ਜਾਂਦਾ ਹੈ। ਅਸੀਂ ਇਸ ਸੀਰੀਜ਼ ਤੋਂ, ਇਸ ਐਪੀਸੋਡਸ ਤੋਂ ਸਿੱਖ ਕੇ ਜੋ ਕੁਝ ਸਿਖਾ ਰਹੇ ਹਾਂ, ਸਾਨੂੰ ਆਪਣੇ ਬੱਚਿਆਂ ਵਿੱਚ ਬਹੁਤ ਛੇਤੀ ਤਬਦੀਲੀ ਦਿਖਾਈ ਦੇ ਰਹੀ ਹੈ। ਸ਼ੁਕਰ ਵਾਹਿਗੁਰੂ ਜੀ ਦਾ। ਪਿਆਰਿਓ, ਅਸਲੀ ਤੱਤ ਨੂੰ ਸਮਝੀਏ। ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਇਹ ਨਾਨਕ ਜੀ ਜਿਨ੍ਹਾਂ ਨੂੰ ਵਾਹਿਗੁਰੂ ਜੀ ਬਖਸ਼ਿਸ਼ ਦੇ ਦਿੰਦੇ ਨੇ, ਗੁਰਮੁਖ ਸੁਭਾਅ ਦੇ ਦਿੰਦੇ ਨੇ, ਸਿੱਖੀ ਸੋਚ ਦੇ ਦਿੰਦੇ ਨੇ, ਗੁਰਮਤ ਵਾਲੀ ਸੋਚ ਦੇ ਦਿੰਦੇ ਨੇ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜਿਉਣ ਦੀ ਅੰਦਰੋਂ ਚਾਓ, ਲਗਨ, ਪਿਆਰ ਦੇ ਦਿੰਦੇ ਨੇ, ਉਹ ਵਾਹਿਗੁਰੂ ਜੀ ਦੀਆਂ ਨਜ਼ਰਾਂ ਵਿੱਚ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਉਹ ਗੁਰੂ ਸਾਹਿਬ ਦੀਆਂ ਨਜ਼ਰਾਂ 'ਚ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਇਹ ਤਦ ਬਣੇਗਾ ਜੀਵਨ ਜੇ ਗੱਲ ਸਮਝ ਆ ਜਾਵੇ। ਸਭ ਤੋਂ ਵੱਡੀ ਵੈਲਿਊ ਹੈ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੀ। ਕਿਵੇਂ? ਅਮੁੱਲ ਗੁਣ, ਅਮੁੱਲ ਵਪਾਰ, ਗੁਣਾਂ ਦੀ ਵੈਲਿਊ ਸਮਝ। ਇਹ ਮੁੱਲ ਨਹੀਂ ਮਿਲ ਸਕਦੇ। ਗੁਣਾਂ ਦਾ ਵਪਾਰ ਕਰ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸੁਣ ਕੇ ਗੁਣ ਗੁਰੂ ਤੋਂ ਲੈ ਕੇ ਆਪਣੇ ਅੰਦਰ ਰੱਖ। ਇਹ ਗੁਣਾਂ ਦਾ ਵਪਾਰ ਹੈ। ਜਦੋਂ ਤੁਸੀਂ ਕਹਿੰਦੇ ਹੋ ਨਾ ਸਾਨੂੰ ਬਹੁਤ ਚੰਗਾ ਲੱਗਿਆ, ਅਸੀਂ ਆਪਣੀ ਜ਼ਿੰਦਗੀ 'ਚ ਵਰਤਣਾ ਸ਼ੁਰੂ ਕੀਤਾ। ਅਸੀਂ ਕਥਾ ਸੁਣ ਕੇ ਸਾਬਤ ਸੂਰਤ ਗੁਰਸਿੱਖ ਬਣ ਗਏ, ਸਿੱਖੀ ਸਰੂਪ ਨਾਲ ਪਿਆਰ ਕੀਤਾ। ਅਸੀਂ ਇਸ ਤੋਂ ਪ੍ਰਭਾਵਿਤ ਹੋ ਕੇ ਅਰਥਾਂ ਸਮੇਤ ਸਹਿਜ ਪਾਠ ਲੜੀਵਾਰ ਕਰਨਾ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਗੁਣਾਂ ਦਾ ਵਪਾਰ ਕਰ ਲਿਆ। ਇਹਦੀ ਵੈਲਿਊ ਕੋਈ ਨਹੀਂ, ਮੁੱਲ ਨਹੀਂ ਮਿਲਦਾ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਗੁਣਾਂ ਦਾ ਖਜ਼ਾਨਾ, ਇਹਦੀ ਵੈਲਿਊ ਸਮਝੀਏ, ਅਨਮੋਲ ਹੈ, ਮੁੱਲ ਨਹੀਂ ਮਿਲ ਸਕਦਾ। ਜਿਹੜੇ ਵਪਾਰੀ ਨੇ ਨਾ ਗੁਣਾਂ ਨੂੰ, ਆਪਣੇ ਵਪਾਰੀ ਦੋ ਤਰ੍ਹਾਂ ਦਾ ਹੁੰਦਾ। ਗੁਰਬਾਣੀ ਤੋਂ ਸਿੱਖ ਕੇ, ਗੁਰੂ ਵਿਰਸੇ ਤੋਂ ਸਿੱਖ ਕੇ ਗੁਣ ਆਪਣੇ ਅੰਦਰ ਰੱਖਣੇ ਤੇ ਲੋਕਾਂ ਨੂੰ ਵੰਡਣਾ, ਮੋਟੀਵੇਟ ਕਰਨਾ, ਇਹ ਵਪਾਰ ਹੈ। ਬੜਾ ਅਨਮੋਲ ਹੈ। ਅਮੁੱਲ ਆਵੈ ਅਮੁੱਲ ਲੈ ਜਾਏ। ਜਿਹੜੇ ਗੁਰੂ ਵੱਲ ਗੁਣ ਸਿੱਖਣ ਆਉਂਦੇ ਨੇ ਤੇ ਸਿੱਖ ਕੇ ਜਾਂਦੇ ਨੇ, ਮਨ ਗੁਰੂ ਵੱਲ ਜਾਂਦਾ ਹੈ ਬਖਸ਼ਿਸ਼ ਲੈਣ ਵਾਸਤੇ, ਗੁਰੂ ਤੋਂ ਜਾਂਦਾ ਹੈ ਬਖਸ਼ਿਸ਼ ਵੰਡਦਾ ਹੈ, ਬਖਸ਼ਿਸ਼ ਵਿੱਚ ਜਿਉਂਦਾ ਹੈ। ਇਹ ਅਨਮੋਲ ਹੈ। ਅਮੁੱਲ ਭਾਏ ਅਮੁੱਲਾ ਸਮਾਏ। ਵਾਹਿਗੁਰੂ ਦਾ ਪਿਆਰ, ਗੁਰੂ ਸਾਹਿਬ ਦਾ ਪਿਆਰ, ਉਸ ਪਿਆਰ ਦੇ ਰਸ ਵਿੱਚ ਮਨ ਦਾ ਸਮਾ ਜਾਣਾ, ਇਹ ਅਨਮੋਲ ਹੈ। ਅਮੁੱਲ ਧਰਮ ਅਮੁੱਲ ਦੀਵਾਨ। ਰੱਬ ਦਾ ਧਰਮ, ਨਿਜ਼ਮ ਰੱਬ ਦਾ ਧਰਮ ਹੈ, ਜਿਹਨੂੰ ਸਿੱਖੀ ਵਿੱਚ ਸਮਝਾਇਆ ਗਿਆ, ਗੁਰੂ ਵਿਰਸੇ ਵਿੱਚ ਸਮਝਾਇਆ ਗਿਆ। ਗੁਰਬਾਣੀ ਦੇ ਵਿੱਚੋਂ ਪਤਾ ਲੱਗਦਾ ਰੱਬ ਦਾ ਧਰਮ ਕੀ ਹੈ। ਰੱਬ ਦਾ ਦੀਵਾਨ ਸਜਿਆ ਹੋਇਆ, ਉਹ ਆਪਣੇ ਨਿਜ਼ਮ ਵਿੱਚ ਚਲਾ ਰਿਹਾ ਹੈ। ਬਖਸ਼ਿਸ਼ਾਂ ਭਟਕਣਾ ਸੁਭਾਅ ਮੁਤਾਬਕ ਦੇਈ ਜਾ ਰਿਹਾ, ਦੁੱਖ ਤੇ ਸੁੱਖ ਦੇਈ ਜਾ ਰਿਹਾ। ਇਹ ਅਨਮੋਲ ਹੈ। ਅਮੁੱਲ ਤੁਲ ਅਮੁੱਲ ਪ੍ਰਵਾਨ। ਰੱਬ ਜਿਸ ਤੱਕੜੀ ਵਿੱਚ ਤੋਲਦਾ ਹੈ ਨਾ, ਜਿਹੜੇ ਵੱਟੇ ਪਾ ਕੇ ਦੇਖਦਾ ਇਹਦਾ ਜੀਵਨ ਕਿਹੋ ਜਿਹਾ, ਇਹਦਾ ਸੁਭਾਅ ਕਿਹੋ ਜਿਹਾ, ਇਹ ਤਰੀਕਾ ਪ੍ਰਵਾਨ ਹੈ, ਅਨਮੋਲ ਹੈ। ਤੁਲ ਹੁੰਦਾ ਹੈ ਤੱਕੜੀ, ਪ੍ਰਵਾਨ ਵੱਟੇ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ। ਉਹਦੀ ਬਖਸ਼ਿਸ਼ ਅਨਮੋਲ ਹੈ ਤੇ ਬਖਸ਼ਿਸ਼ ਦੀ ਨਿਸ਼ਾਨੀ ਉਹ ਵੀ ਅਨਮੋਲ ਹੈ। ਜਿਹਦੇ ਤੇ ਬਖਸ਼ਿਸ਼ ਹੁੰਦੀ ਨਾ, ਪਤਾ ਲੱਗ ਜਾਂਦਾ
ਅਮੁੱਲ ਕਰਮ ਅਮੁੱਲ ਫਰਮਾਨ, ਵਾਹਿਗੁਰੂ ਜੀ ਦੀ ਬਖਸ਼ਿਸ਼ ਤੇ ਵਾਹਿਗੁਰੂ ਜੀ ਦਾ ਨਿਜ਼ਮ, ਫਰਮਾਨ ਹੁਕਮ, ਉਹਦਾ ਪ੍ਰੋਸੈਸ, ਨਿਜ਼ਮ ਅਨਮੋਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖਿਆ ਹੀ ਨਹੀਂ ਜਾ ਸਕਦਾ ਇਹਦੀ ਕੀਮਤ ਕੀ ਹੈ, ਵੈਲਿਊ। ਜਿੰਨੀ ਕੁ ਸਮਝ ਆ ਗਈ ਉਤਨੀ ਕੁ ਕੁਰਬਾਨ ਹੋ ਗਿਆ। ਆਖ ਆਖ ਰਹੇ ਲਿਵ ਲਾਏ, ਜਿਹਨੇ ਵਾਹਿਗੁਰੂ ਜੀ ਦੇ ਗੁਣਾਂ ਦੀ, ਵਾਹਿਗੁਰੂ ਜੀ ਦੇ ਨਿਜ਼ਮ ਦੀ ਵੈਲਿਊ ਨੂੰ ਸਮਝਿਆ ਨਾ, ਬਸ ਇਹਦੀ ਡਿਸਕਸ਼ਨ ਕਰਨ ਲੱਗ ਗਿਆ, ਲਿਵ ਲੱਗਣੀ ਸ਼ੁਰੂ ਹੋ ਗਈ, ਪਿਆਰ ਬਣ ਜਾਂਦਾ ਹੈ। ਆਖੈ ਵੇਦ ਪਾਠ ਪੁਰਾਣ, ਧਾਰਮਿਕ ਗ੍ਰੰਥ ਵੇਦ ਪਾਠ ਪੁਰਾਣ ਇਹਨਾਂ ਗੁਣਾਂ ਦੀ ਗੱਲ ਕਰਦੇ ਨੇ। ਆਖੈ ਪੜ੍ਹੇ ਕਰੈ ਵਖਿਆਨ, ਕੋਈ ਪੜ੍ਹ ਕੇ ਵਖਿਆਨ ਕਰਦਾ ਹੈ। ਆਖੈ ਬਰਮੇ ਆਖੈਂਦ, ਆਖੈ ਗੋਪੀ ਤੈ ਗੋਬਿੰਦ, ਗੋਪੀ ਕ੍ਰਿਸ਼ਨ ਬਰਮਾ ਇੰਦਰ ਦੇਵਤਾ। ਆਖੈ ਈਸ਼ਰ ਆਖੈ ਸਿੱਧ, ਈਸ਼ਰ ਸ਼ਿਵ ਜੀ ਸਿੱਧ ਲੋਕ। ਆਖੈ ਕੇਤੇ ਕੀਤੇ ਬੁੱਧ, ਮਹਾਤਮਾ ਬੁੱਧ ਵਰਗੇ ਉਹਨਾਂ ਦੇ ਫੋਲੋਅਰਸ। ਆਖੈ ਦਾਨਵੇ ਆਖੈ ਦੇਵ, ਦੇਵਤੇ ਦੈਂਤ। ਆਖੈ ਸੁਰ ਨਰ ਮੁਨ ਜਨ ਸੇਵ, ਮੁਨੀ ਜਨ ਦੇਵਤੇ। ਅਣਗਿਣਤ ਸ਼ਖਸੀਅਤਾਂ ਹੋਈਆਂ ਜਿਹੜੀਆਂ ਆਖ ਰਹੀਆਂ ਸੀ, ਸਮਝਾ ਰਹੀਆਂ ਸਨ, ਉਸ ਵੇਲੇ ਵੀ ਅੱਜ ਵੀ ਸਮਝਾ ਰਹੇ ਨੇ। ਕੇਤੇ ਆਖੈ ਆਖਣ ਪਾਹੇ, ਕਿਤਨੇ ਨੇ ਜੋ ਉਹਦੇ ਗੁਣਾਂ ਦੀ ਗੱਲ ਕਰਦੇ ਨੇ। ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਅਣਗਿਣਤ ਨੇ ਜਿਹੜੇ ਉਹਦੇ ਗੁਣਾਂ ਦੀ ਗੱਲ ਕਰਦੇ ਕਰਦੇ ਸੰਸਾਰ ਤੋਂ ਚਲੇ ਜਾਣ। ਇਤੇ ਕੀਤੇ ਹੋਰ ਕਰੇ, ਜਿੰਨੇ ਹੋ ਗਏ ਨੇ ਇਤਨੇ ਹੋਰ ਹੋ ਜਾਣ। ਤਾਂ ਆਖ ਨਾ ਸਕੈ ਕੇ, ਫਿਰ ਵੀ ਉਹਦਾ ਭੇਦ ਨਹੀਂ ਪਾ ਸਕਦੇ, ਉਹ ਬੇਅੰਤ ਹੈ। ਜੇ ਵਡ ਭਾਵੈ ਤੇ ਵਡ ਹੋਏ, ਕਿਉਂਕਿ ਉਹ ਜਿੰਨਾ ਕੁ ਪਾਉਂਦਾ ਹੈ ਉਸਨੂੰ ਉਤਨਾ ਹੀ ਬਣ ਜਾਂਦਾ। ਉਹਨੂੰ ਜਿੰਨਾ ਪਾਉਂਦਾ ਉਤਨੀ ਵੱਡੀ ਬਖਸ਼ਿਸ਼ ਦੇ ਦਿੰਦਾ, ਜਿਤਨਾ ਪਾਉਂਦਾ ਹੈ ਉਤਨੇ ਗੁਣ ਦੇ ਦਿੰਦਾ। ਨਾਨਕ ਜਾਣੈ ਸਾਚਾ ਸੋਏ, ਉਹ ਸੱਚਾ ਵਾਹਿਗੁਰੂ ਜੀ ਆਪ ਹੀ ਜਾਣਦੇ। ਜੇ ਕੋ ਆਖੈ ਬੋਲ ਵਿਗਾੜ, ਕੋਈ ਕਹਿੰਦਾ ਮੈਂ ਸਮਝ ਲਿਆ ਰੱਬ ਨੂੰ, ਮੈਂ ਭੇਦ ਪਾ ਲਿਆ, ਤਾਂ ਉਹ ਵਿਗਾੜ ਕੇ ਕਹਿ ਰਿਹਾ, ਉਹ ਆਪਣੇ ਕੋਲੋਂ ਕਹਿ ਰਿਹਾ, ਪਾਖੰਡ ਚਲਾਉਣਾ ਚਾਹੁੰਦਾ, ਆਪਣੇ ਧਰਮ ਦੀ ਹੱਟੀ ਚਲਾਉਣਾ ਚਾਹੁੰਦਾ। ਤਾਂ ਲਿਖੀ ਐ ਸਰਗਾਵਾਰ ਅੰਗਾਵਾਰ, ਉਹਨੂੰ ਮੂਰਖ, ਇਤਿਹਾਸ ਦੇ ਵਿੱਚ ਮੂਰਖਾਂ ਦਾ ਮੂਰਖ ਲਿਖਿਆ ਜਾਂਦਾ, ਭੇਦ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣਾ, ਗੁਰਮੁਖ ਬਣ ਕੇ ਜਿਉਣਾ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ।